ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬੀਤੇ ਹਫ਼ਤੇ ਵਿੱਚ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ। ਸੋ ਬੀਤੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿਹੜੇ ਕੰਮ ਕੀਤੇ ਗਏ ਪੂਰੀ ਖਬਰ 'ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਹੈ ਗੂੰਜਾਂ ਸਿੱਖ ਵਿਰਸੇ ਦੀਆਂ। ਪਾਕਿਸਤਾਨ ਸਰਕਾਰ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਨਵੀਂ ਸਰਕਾਰੀ ਸੰਸਥਾ ਨੂੰ ਸੌਂਪਣ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵਿਦੇਸ਼ ਮੰਤਰਾਲੇ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੇ ਨਾਲ ਧੱਕਾ ਕਰ ਰਹੀ ਹੈ। ਤੇ ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਜਸਮੀਤ ਸਿੰਘ ਨੇ। ਡੈਲੀਗੇਸ਼ਨ ਜਿਹੜਾ ਵਿਦੇਸ਼ ਮੰਤਰਾਲੇ ਤੋਂ ਜਿਹੜਾ ਮਿਲ ਕੇ ਬਾਹਰ ਆ ਰਹੇ ਨੇ ਸਿਰਸਾ ਜੀ ਨਾਲੇ। ਸਿਰਸਾ ਸਾਹਿਬ, ਬੜਾ ਇੰਪੋਰਟੈਂਟ ਇਸ਼ੂ ਹੈ, ਤੁਸੀਂ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸੈਕਟਰੀ ਨਾਲ ਮੁਲਾਕਾਤ ਕੀਤੀ ਹੈ। ਜੀ ਬਿਲਕੁਲ, ਅਸੀਂ ਉਹਨਾਂ ਨੂੰ ਮਿਲ ਕੇ ਆਏ ਹਾਂ। ਸਾਡਾ ਡੈਲੀਗੇਸ਼ਨ ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਬੀਬੀ ਰਣਜੀਤ ਕੌਰ ਜੀ, ਸਰ ਪਰਮਜੀਤ ਸਿੰਘ ਚੰਡੋਕੌਰ, ਸਰ ਇੰਦਰਪਾਲ ਸਿੰਘ ਜੀ ਕੇਪੀ, ਅਸੀਂ ਸਾਰੇ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਰਿਪਰੈਜ਼ੈਂਟੇਸ਼ਨ ਦਿੱਤੀ ਸੀ, ਅਸੀਂ ਉਹ ਵੀ ਉਹਨਾਂ ਨੂੰ ਹੈਂਡਓਵਰ ਕੀਤੀ ਆ। ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਇਤਿਹਾਸ 'ਚ ਹੋ ਰਿਹਾ ਹੈ ਕਿ ਕਦੀ ਕੋਈ ਸਿੱਖ ਸੰਸਥਾਨ ਦੀ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਕਿਸੇ ਗੈਰ ਸਿੱਖਾਂ ਦੇ ਹੱਥ ਦਿੱਤੀ ਗਈ ਹੋਵੇ। ਸਭ ਤੋਂ ਇੰਪੋਰਟੈਂਟ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਜਿਹੜਾ ਇਵੈਕਿਊ ਟਰਸਟ ਬੋਰਡ ਆ ETBP, ਇਸ ਬੋਰਡ ਦੇ ਅੰਦਰ ਪਹਿਲਾਂ 4 ਮੈਂਬਰ ਜਿਹੜੇ ਸੀਗੇ ਉਹ ਮਿਨੋਰਟੀਜ਼ ਦੇ ਸੀਗੇ, ਇੱਕ ਹਿੰਦੂ, ਇੱਕ ਕ੍ਰਿਸਚੀਅਨ ਔਰ 2 ਸਾਡੇ ਸਿੱਖ ਸੀਗੇ, ਜਿਸ 'ਚ ਇੱਕ MLA ਸੀ, ਇੱਕ MP ਸੀ। ਉਹਨਾਂ ਸਾਰਿਆਂ ਨੂੰ ਬਾਹਰ ਕੱਢ ਕੇ ਪਹਿਲਾਂ ਇਵੈਕਿਊ ਟਰਸਟ ਬੋਰਡ 'ਚੋਂ ਸਾਰੇ ਜਿਹੜੇ ਸੀਗੇ ਜੋ ਨਾਨ ਮੁਸਲਿਮ ਮੈਂਬਰ ਸੀ ਬਾਹਰ ਕੱਢ ਦਿੱਤਾ ਗਿਆ ਉਹਨਾਂ ਨੂੰ। ਉਸ ਤੋਂ ਬਾਅਦ ਇਵੈਕਿਊ ਟਰਸਟ ਬੋਰਡ ਨੇ ਉਹ ਪ੍ਰਾਪਰਟੀ ਜਿਹੜੀ ਕਰਤਾਰਪੁਰ ਸਾਹਿਬ ਆ ਉਸ ਨੂੰ ਨਾਨ ਸਿੱਖਾਂ ਦੇ ਹੈਂਡਓਵਰ ਕਰ ਦਿੱਤਾ ਔਰ ਹੁਣ ਇੱਕ ਟਰਸਟ ਬਣਾ ਕੇ ਕਹਿ ਦਿੱਤਾ ਕਿ ਜੋ ਗੁਰਦੁਆਰੇ ਦੇ ਪ੍ਰਬੰਧ ਆ, ਮੈਨੇਜਮੈਂਟ ਆ ਸਾਰੀ, ਉਹ ਹੁਣ ਇਵੈਕਿਊ ਟਰਸਟ ਬੋਰਡ ਦੇਖੂਗਾ। ਇਹ ਪਹਿਲੀ ਵਾਰ ਦੇਸ਼ ਔਰ ਦੁਨੀਆ 'ਚ ਹੋ ਰਿਹਾ ਕਿ ਸਿੱਖਾਂ ਦੇ ਸਥਾਨ ਦੀ ਸੇਵਾ ਸਿੱਖਾਂ ਤੋਂ ਲੈ ਕੇ ਤੇ ਨਾਨ ਸਿੱਖਾਂ ਦੇ ਹੱਥ ਦਿੱਤੀ ਗਈ ਆ। ਇਹ ਕਦੀ ਵੀ ਨਾਕਾਬਲੇ ਬਰਦਾਸ਼ਤ ਆ, ਇਸ ਨੂੰ ਕਿਸੇ ਸੂਰਤ ਅੰਦਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਸੀਂ ਵਿਦੇਸ਼ ਮੰਤਰਾਲੇ ਨੂੰ ਕਿਹਾ ਹੈ ਇਹਨੂੰ ਹਾਈਐਸਟ ਲੈਵਲ ਤੇ ਟੇਕ ਅਪ ਕਰੋ, ਚਿੱਠੀ ਪੱਤਰੀਆਂ ਨਾਲ ਗੱਲ ਬਣਨ ਵਾਲੀ ਨਹੀਂ ਹੈਗੀ। ਬਹੁਤ ਵੱਡੀ ਲੜਾਈ ਹੈ, ਸਾਨੂੰ ਹਰ ਸੂਰਤ ਅੰਦਰ ਆਪਣਾ ਗੁਰੂ ਘਰ ਦੀ ਸੇਵਾਵਾਂ ਵਾਪਸ ਚਾਹੀਦੀਆਂ ਨੇ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਇਹਨਾਂ ਸੇਵਾਵਾਂ ਦੇ ਵਾਸਤੇ ਆਪਣੀਆਂ ਸ਼ਹਾਦਤਾਂ ਦੇ ਕੇ ਤੇ ਨਨਕਾਣਾ ਸਾਹਿਬ ਦੇ ਸਾਕੇ ਵਰਗੀ ਸ਼ਹਾਦਤਾਂ ਦੇ ਕੇ ਤੇ ਅਸੀਂ ਆਪਣੇ ਗੁਰਦੁਆਰੇ ਵਾਪਸ ਲਏ ਸੀਗੇ। ਸੋ ਇਸ ਅੰਦਰ ਕਿਸੇ ਸੂਰਤ ਅੰਦਰ ਵੀ ਇਹ ਗੁਰਦੁਆਰੇ ਦੀ ਇਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਵਿਦੇਸ਼ ਮੰਤਰਾਲਿਆਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਕੱਲ੍ਹ ਵਿਦੇਸ਼ ਮੰਤਰੀ ਜੀ ਦੀ ਵੀ ਜਾਣਕਾਰੀ 'ਚ ਲਿਆਂਦਾ ਗਿਆ। ਸਾਡੇ ਬੈਠਿਆਂ ਵਿਦੇਸ਼ ਮੰਤਰੀ ਜੀ ਨਾਲ ਹੁਣੇ ਗੱਲ ਕੀਤੀ, ਉਹਨਾਂ ਦਾ ਫੋਨ ਆਇਆ ਸੀ ਜਾਣਕਾਰੀ ਲੈਣ ਵਾਸਤੇ ਵੀ, ਉਹਨਾਂ ਨਾਲ ਗੱਲ ਹੋਈ। ਉਹਨਾਂ ਨੇ ਵਿਦੇਸ਼ ਸਚਿਵ ਨਾਲ ਗੱਲ ਹੋਈ, ਉਹਨਾਂ ਨੇ ਅਸ਼ੋਰ ਕੀਤਾ ਕਿ ਇਹਨੂੰ ਹਾਈਐਸਟ ਲੈਵਲ ਤੇ ਅਸੀਂ ਟੇਕ ਅਪ ਕਰ ਰਹੇ ਹਾਂ। ਸਰਕਾਰ ਨੂੰ ਕੋਈ ਵੀ ਕਦਮ ਚੁੱਕਣੇ ਪੈਣਗੇ, ਕਦਮ ਚੁੱਕੂਗੀ। ਹਾਈ ਕਮਿਸ਼ਨ ਵਾਈਜ਼ ਸੰਮਨ ਵੀ ਕੀਤਾ ਜਾਏਗਾ ਔਰ ਇਹ ਇੰਸ਼ੋਰ ਕੀਤਾ ਜਾਏਗਾ ਕਿ ਜਿਹੜਾ ਇਹ ਆਰਡਰ ਕੀਤਾ ਗਿਆ ਕੈਬਨਿਟ ਵੱਲੋਂ ਇਸ ਨੂੰ ਵਾਪਸ ਲਿਆ ਜਾਵੇ ਔਰ ਸਿੱਖ ਗੁਰਦੁਆਰਾ ਜੋ ਕਰਤਾਰਪੁਰ ਸਾਹਿਬ ਗੁਰਦੁਆਰਾ ਇਸ ਦੇ ਪ੍ਰਬੰਧ ਜਿਹੜੇ ਨੇ ਵਾਪਸ ਜੋ ਆ ਸਿੱਖਾਂ ਦੇ ਹੱਥ 'ਚ ਦਿੱਤੇ ਜਾਣ। ਲਗਾਤਾਰ ਮਿਨੋਰਟੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ, ਚਾਹੇ ਉਹ ਪਹਿਲਾਂ ਜਿਹੜੀਆਂ ਮਹਿਲਾਵਾਂ ਉਹਨਾਂ ਤੇ ਤਸ਼ੱਦਦ ਕੀਤਾ ਗਿਆ, ਹੁਣ ਜਿਹੜਾ ਹੈ ਗੁਰਦੁਆਰਾ ਸਾਹਿਬ ਨੂੰ ਟਾਰਗੇਟ ਕੀਤਾ ਜਾ ਰਿਹਾ। ਦੇਖੋ, ਜਿਹੜੇ ਪਹਿਲਾਂ ਕੰਮ ਕੀਤੇ ਸੀ, ਸਾਡੇ ਗ੍ਰੰਥੀ ਦੀ ਬੇਟੀ ਨੂੰ ਕਿਡਨੈਪ ਕਰ ਲੈਣਾ, ਇੱਕ ਬੇਟੀ ਅੱਜ ਤੱਕ 1.25 ਸਾਲ 'ਚ ਮਿਲੀ ਨਹੀਂ, ਦੂਜੀ ਦੇ ਅਸੀਂ ਲੜਾਈ ਲੜੀ, ਸੜਕਾਂ ਤੇ ਉਤਰੇ, ਉਹ ਬੜੀ ਮੁਸ਼ਕਲ ਬੁਲਬੁਲ ਜਿਹੜੀ ਆ ਵਾਪਸ 15 ਦਿਨ ਬਾਅਦ ਘਰ ਆਈ। ਲੇਕਿਨ ਨਨਕਾਣਾ ਸਾਹਿਬ ਜੋ ਤੁਸੀਂ ਦੇਖਿਆ ਪੱਥਰਬਾਜੀ ਕਰਕੇ ਕਿ ਇਹਨੂੰ ਮਸਜਿਦ ਬਣਾ ਦਾਂਗੇ, ਇਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਇਹ ਇੰਡੀਵਿਜੂਅਲ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਸੀ। ਹੁਣ ਜੋ ਕਾਰਵਾਈ ਕੀਤੀ ਗਈ ਆ ਇਹ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਆ। ਇਸ ਕਰਕੇ ਉਹਨਾਂ ਚੀਜ਼ਾਂ ਦੇ ਨਾਲ ਇਹਨਾਂ ਚੀਜ਼ਾਂ ਦਾ ਬੜਾ ਅੰਤਰ ਆ। ਜਦੋਂ ਸਰਕਾਰ ਨੇ ਕੈਬਨਿਟ ਨੇ ਫੈਸਲਾ ਲਿਆ, ਅੱਜ ਵੀ ਅਸੀਂ ਹੈਰਾਨ ਆ ਇਮਰਾਨ ਖਾਨ ਸਾਹਿਬ ਨੇ ਫੈਸਲਾ ਲੈ ਕਿਵੇਂ ਲਿਆ। ਉਹ ਕੈਬਨਿਟ ਨੇ ਸੋਚਿਆ ਕਿਉਂ ਨਹੀਂ ਕਿ ਸਿੱਖਾਂ ਦਾ ਅਸੀਂ ਰਾਈਟ ਖੋ ਕੇ ਕਿਸ ਤਰ੍ਹਾਂ ਗੈਰ ਸਿੱਖਾਂ ਦੇ ਹੱਥ ਦੇ ਦਾਂਗੇ ਤੇ ਦੁਨੀਆ ਭਰ ਦੇ ਸਿੱਖ ਇਸ ਨੂੰ ਕਿਸ ਤਰੀਕੇ ਬਰਦਾਸ਼ਤ ਕਰ ਲੈਣਗੇ। ਅੱਜ ਕਿਉਂ ਦੁਨੀਆ ਭਰ ਦੇ ਸਿੱਖ ਚੀਕਾ ਉੱਠੇ? ਕਿਉਂਕਿ ਅਸੀਂ ਕਦੀ ਕਲਪਨਾ ਹੀ ਨਹੀਂ ਕਰ ਸਕਦੇ, ਅਸੀਂ ਨਹੀਂ, ਦੁਨੀਆ ਦਾ ਕੋਈ ਵੀ ਬੰਦਾ ਇਹ ਕਲਪਨਾ ਨਹੀਂ ਕਰ ਸਕਦਾ ਕਿ ਉਹਦੇ ਧਰਮ ਦੇ ਅਧਿਕਾਰ ਉਸ ਤੋਂ ਖੋ ਕੇ ਤੇ ਕਿਸੇ ਨਾਨ ਉਸ ਦੇ ਧਰਮ ਦੇ ਖਿਲਾਫ ਵਾਲੇ ਲੋਕਾਂ ਦੇ ਹੱਥ ਦੇ ਦਿੱਤੇ ਜਾਣਗੇ। ਇਹ ਤੇ ਕਦੀ ਸੰਭਾਵਨਾ ਹੋ ਹੀ ਨਹੀਂ ਸਕਦੀ। ਇਸ ਕਰਕੇ ਇਹ ਬਹੁਤ ਵੱਡਾ ਸੀਰੀਅਸ ਇਸ਼ੂ ਆ। ਜਿਹੜੇ ਅੱਗੇ ਕਦਮ ਚੁੱਕੇ ਗਏ ਸੀ ਉਹ ਇੰਡੀਵਿਜੂਅਲ ਲੋਕਾਂ ਵੱਲੋਂ ਚੁੱਕੇ ਗਏ ਸੀ, ਅੱਜ ਜਿਹੜੇ ਕਦਮ ਚੁੱਕੇ ਗਏ ਨੇ ਉਹ ਸਰਕਾਰ ਵੱਲੋਂ ਚੁੱਕੇ ਗਏ ਨੇ। ਇਸ ਕਰਕੇ ਇਹ ਬਹੁਤ ਵੱਡਾ ਖਤਰਨਾਕ ਇੱਕ ਜਿਹੜੀ ਇਹ ਪਲਾਨ ਆ ਜਿਸ ਦਾ ਕਿਸੇ ਵੀ ਸੂਰਤ ਅੰਦਰ ਸਿੱਖ ਉਸ ਨੂੰ ਬਰਦਾਸ਼ਤ ਨਹੀਂ ਕਰ ਰਹੇ। ਕਾਲਕਾ ਜੀ, ਲਗਾਤਾਰ ਉੱਥੇ ਪਾਕਿਸਤਾਨ ਦੇ ਵਿੱਚ ਮਿਨੋਰਟੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ। ਪਹਿਲਾਂ ਭਾਈ ਤਾਰੂ ਸਿੰਘ ਦੇ ਜਿਹੜੇ ਸ਼ਹੀਦੀ ਜਿਹੜਾ ਸਥਾਨ ਹੈ ਉੱਥੇ ਉਸ ਨੂੰ ਟਾਰਗੇਟ ਕੀਤਾ ਗਿਆ, ਨਨਕਾਣਾ ਸਾਹਿਬ ਦੇ ਪੱਥਰਬਾਜ਼ੀ, ਇਹ ਤਮਾਮ ਚੀਜ਼ਾਂ ਜਿਹੜੀਆਂ ਨੇ ਹੁਣ ਸਰਕਾਰ ਸਾਫ਼ ਇਨਵੋਲਵ ਨਜ਼ਰ ਆ ਰਹੀ ਆ। ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬਾਰ-ਬਾਰ ਕਮਿਊਨਿਟੀ ਦੇ ਉੱਤੇ ਹਮਲਾ ਕੀਤਾ ਜਾਂਦਾ, ਮਗਰ ਇਹ ਜੋ ਮਸਲਾ ਹੈ ਇਹ ਮੈਨੂੰ ਲੱਗਦਾ ਹੈ ਸਿੱਧਾ ਦੇਸ਼ ਨੂੰ ਹੀ ਥ੍ਰੈਟ ਹੈ। ਇਕੱਲੇ ਕਮਿਊਨਿਟੀ ਦੇ ਉੱਤੇ ਥ੍ਰੈਟ ਨਹੀਂ, ਗੁਰਦੁਆਰਿਆਂ ਦੇ ਉੱਤੇ ਥ੍ਰੈਟ ਨਹੀਂ ਹੈ, ਇਹ ਪੂਰੇ ਦੇਸ਼ ਦੇ ਉੱਤੇ ਥ੍ਰੈਟ ਹੈ। ਔਰ ਕਿਸ ਤਰੀਕੇ ਦੇ ਨਾਲ ਇੱਕ ਗੁਰਦੁਆਰਿਆਂ ਨੂੰ ਸੀੜੀ ਬਣਾ ਕੇ
ਇਹਦੇ ਉੱਤੇ ਕੰਮ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਕਿ ਇਹਦੇ ਉੱਤੇ ਸਰਕਾਰ ਨੂੰ, ਭਾਰਤ ਸਰਕਾਰ ਨੂੰ ਬਹੁਤ ਸੰਜੀਦਗੀ ਦੇ ਨਾਲ ਇਹਦਾ ਫੈਸਲਾ ਲੈਣਾ ਚਾਹੀਦਾ, ਇਹਦੇ ਉੱਤੇ ਸਟੈਪ ਚੁੱਕਣੇ ਚਾਹੀਦੇ ਨੇ। ਅਸੀਂ ਵਿਦੇਸ਼ ਮੰਤਰਾਲੇ ਹੋ ਕੇ ਆਏ ਹਾਂ, ਉਹਨਾਂ ਨੇ ਸਾਨੂੰ ਬੜਾ ਅੱਛਾ, ਬੜੀ ਸੋਲਿਡ ਤਰੀਕੇ ਨਾਲ ਸਾਨੂੰ ਆਸ਼ਵਾਸਨ ਦਿੱਤਾ। ਮੈਂ ਸਮਝਦਾ ਜਿਸ ਤਰੀਕੇ ਨਾਲ ਵਰਡਸ ਨਾਲ ਕਿਹਾ ਗਿਆ, ਅਗਰ ਉਹ ਵਰਕਿੰਗ ਹੋ ਜਾਏਗੀ ਤੇ ਇਸ ਦੇ ਉੱਤੇ ਕਿਧਰੇ ਨਾ ਕਿਧਰੇ ਰੋਕਥਾਮ ਲੱਗੇਗੀ। ਬਹੁਤ ਬਹੁਤ ਧੰਨਵਾਦ ਸਰ ਹਰਮੀਤ ਸਿੰਘ ਕਾਲਕਾ ਜੀ ਔਰ ਮਨਜਿੰਦਰ ਸਿੰਘ ਸਿਰਸਾ, ਜਿਨ੍ਹਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਵਿਦੇਸ਼ ਮੰਤਰਾਲਿਆਂ ਵੱਲੋਂ ਪੂਰਨ ਤੌਰ ਤੇ ਆਸ਼ਵਾਸਨ ਦਿੱਤਾ ਗਿਆ ਕਿ ਇਸ ਮਾਮਲੇ ਨੂੰ ਜਿਹੜਾ ਜਲਦੀ ਉੱਪਰਲੇ ਪੱਧਰ ਦੇ ਉੱਤੇ ਜਿਹੜਾ ਚੱਕਿਆ ਜਾਵੇਗਾ ਔਰ ਇਸ ਮਸਲੇ ਦਾ ਜਿਹੜਾ ਉਹ ਹੱਲ ਕੱਢਿਆ ਜਾਵੇਗਾ। ਕੈਮਰਾ ਪਰਸਨ ਗੋਮੀ ਸ਼ਰਮਾ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਦਿੱਲੀ। ਗੁੰਜਾ ਸਿੱਖਵਿਰ ਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬਾਲਾ ਪ੍ਰੀਤਮ ਦਵਾਖਾਨਾ ਖੋਲ੍ਹਿਆ ਗਿਆ ਸੀ, ਜਿਸ ਦੀ ਸ਼ੁਰੂਆਤ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਤੋਂ ਕੀਤੀ ਗਈ ਸੀ। ਉਸ ਤੋਂ ਬਾਅਦ ਹੁਣ ਇਹ ਦਵਾਖਾਨਾ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਖੋਲ੍ਹਿਆ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਦਿੱਲੀ ਦੇ ਵੱਖ-ਵੱਖ ਥਾਵਾਂ ਤੇ ਵੀ ਇਹ ਦਵਾਖਾਨਾ ਖੋਲ੍ਹਿਆ ਜਾਵੇਗਾ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਈ ਮੈਂਬਰ ਮੌਜੂਦ ਰਹੇ। ਲਗਾਤਾਰ ਜਿਹੜਾ ਭਰਾ ਦਰ ਭਰਾ ਕਮੇਟੀ ਇਹ ਸ਼ਲਾਘਾਯੋਗ ਕੰਮ ਕਰ ਰਹੀ ਹੈ। ਨਾਨਕ ਪਿਆਉ ਤੋਂ ਬਾਅਦ ਹੁਣ ਅਗਲਾ ਕਦਮ ਕੀ ਰਹਿਣ ਵਾਲਾ? ਦੇਖੋ, ਨਾਨਕ ਪਿਆਉ ਸਾਹਿਬ ਤੋਂ ਬਾਅਦ ਵੈਸਟ ਦਿੱਲੀ ਤੋਂ ਬਾਅਦ ਈਸਟ ਦਿੱਲੀ, ਸਾਊਥ ਦਿੱਲੀ, ਹਰ ਜਗ੍ਹਾ ਅਸੀਂ ਇਸ ਦਵਾਖਾਨੇ ਨੂੰ ਲੈ ਕੇ ਜਾਣਾ ਹੈ। ਸਾਡਾ ਪਰਪਸ ਮਾਨਵਤਾ ਨੂੰ ਇਹ ਸੇਵਾ ਤੇ ਚੱਲਦੇ ਸਸਤੀ ਦਵਾਈਆਂ ਦੇਣੀਆਂ। ਤੁਸੀਂ ਹਿਸਾਬ ਲਗਾ ਕੇ ਦੇਖੋ, ਮੈਂ ਹੁਣੇ ਦੇਖ ਰਿਹਾ ਸੀ ਇੱਥੇ ਦਵਾਈ ਇਹਦੀ 432 ਰੁਪਏ MRP ਆ। ਜਿਹਨੂੰ ਪੁੱਛਿਆ ਦਵਾਈ ਕਿੰਨੇ ਦੀ, ਕਹਿੰਦੇ ਜੀ 35 ਰੁਪਏ ਦੀ। ਤੁਸੀਂ ਦੇਖੋ, ਕੋਈ ਦਵਾਈ ਚੁੱਕ ਲਓ ਤੁਸੀਂ। ਆਪਾਂ ਅਕਸਰ ਦੇਖਦੇ ਘਰਾਂ 'ਚ ਆਪਾਂ ਪੈਂਟਾਸੀਟਾਮ ਲੈਂਦੇ ਆ, ਇਹਦਾ MRP ਹੈਗੀ ਆ 126 ਰੁਪਏ, ਜਦੋਂ ਕਿ ਇਹ 10 ਰੁਪਏ ਦਾ ਪੱਤਾ ਹੈ। ਸੋ 10 ਰੁਪਏ ਦੀ ਦਵਾਈ ਤੇ ਇਹ ਇੰਨਾ ਫਰਕ ਆ। ਤੁਸੀਂ ਕੋਈ ਚੁੱਕ ਲੋਗੇ, ਦਵਾਈ ਦੇਖੋ, ਇਹਦਾ ਰੇਟ ਹੈਗਾ 108 ਰੁਪਏ, ਲੇਕਿਨ ਇਹ ਦਵਾਈ 8 ਰੁਪਏ ਦੀ ਆ। ਸੋ 90-95% ਦਵਾਈਆਂ ਕਈ ਸਸਤੀਆਂ ਨੇ। ਅੱਜ ਬਹੁਤ ਵੱਡੀ ਲੋੜ ਆ, ਇਹ ਤੋਂ ਵੱਡੀ ਕੋਈ ਸੇਵਾ ਨਹੀਂ ਹੋ ਸਕਦੀ, ਕਿਉਂਕਿ ਜਦੋਂ ਗੁਰਦੁਆਰਾ ਸਾਹਿਬ ਅੰਦਰ ਇਹ ਦਵਾਈ ਦੀ ਦੁਕਾਨ ਆ, ਬਾਲਾ ਪ੍ਰੀਤਮ ਦਵਾਖਾਨਾ, ਇੱਥੇ ਦਵਾ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਦਰਸ਼ਨ ਕਰਦਾ ਹੈ ਤੇ ਦਵਾਈ ਤੇ ਇੱਕ ਬਹਾਨਾ ਉਹਨੂੰ ਤੇ ਵੈਸੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਮਿਲਣਾ, ਪਰ ਇਹ ਦਵਾਈ ਜਦੋਂ ਇੱਥੋਂ ਲੈਂਦਾ ਤੇ ਉਹਦਾ ਜਿੱਥੇ ਉਹਦੇ ਘਰ ਦਾ ਮਾਇਆ ਦਾ ਬਹੁਤ ਵੱਡਾ ਬਚਤ ਹੁੰਦੀ ਆ, ਕਿਉਂਕਿ ਹਰੇਕ ਨੇ ਆਪਣੇ ਘਰ ਦਾ ਇੱਕ ਬਜਟ ਬਣਾ ਰੱਖਿਆ ਦਵਾਈਆਂ ਦਾ, ਉੱਥੇ ਹੀ ਗੁਰੂ ਘਰ 'ਚੋਂ ਆ ਕੇ ਦਵਾਈ ਲੈਂਦਾ। ਸੋ ਇਹ ਦੇਸ਼ ਦੀ ਸਭ ਤੋਂ ਸਸਤੀ ਦਵਾਈਆਂ ਦੁਕਾਨ ਆ, ਕਿਉਂਕਿ ਅਸੀਂ 1 ਰੁਪਇਆ ਵੀ ਐਡ ਨਹੀਂ ਕਰਦੇ। ਜੋ ਇਨਫਰਾਸਟ੍ਰਕਚਰ ਉਹ ਗੁਰੂ ਘਰ ਦਾ, ਦਵਾਈ ਜਿਸ ਰੇਟ ਤੇ ਫੈਕਟਰੀ ਤੋਂ ਮਿਲਦੀ ਆ ਉਸੇ ਰੇਟ ਤੇ ਅਸੀਂ ਦਿੰਦੇ ਆ, 1 ਰੁਪਇਆ ਵੀ ਐਡ ਆਨ ਨਹੀਂ ਕਰਦੇ। ਸੰਗਤ, ਇਸ ਇਲਾਕੇ ਦੀ ਸੰਗਤ ਨੂੰ ਕਿਉਂ ਸਿੱਧਾ ਫਾਇਦਾ ਮਿਲੇਗਾ? ਕਿਉਂਕਿ ਦਿੱਲੀ ਯੂਨੀਵਰਸਿਟੀ ਵੀ ਨਜ਼ਦੀਕ ਹੈ, ਉੱਥੇ ਹਸਪੀਟਲਸ ਵੀ ਆਸ-ਪਾਸ ਨਜ਼ਦੀਕ ਨੇ। ਕਿੰਨੀ ਵੱਡੀ ਗਿਣਤੀ 'ਚ ਸੰਗਤ ਨੂੰ ਫਾਇਦਾ ਮਿਲੇਗਾ? ਨਹੀਂ, ਇਹ ਦੇਖੋ ਬਹੁਤ ਵੱਡਾ ਫਾਇਦਾ ਹੈ। ਗਿਣਤੀ ਤੋਂ ਇਹਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਹਦਾ ਕਿੰਨਾ ਵੱਡਾ ਬੈਨੀਫਿਟ ਹੋਏਗਾ। ਰੀਜ਼ਨ ਬੀਇੰਗ ਕਿ ਬਹੁਤ ਵੱਡੇ ਏਰੀਆ ਨੂੰ ਕੇਟਰ ਕਰਦਾ ਏਰੀਆ। ਬੰਗਲਾ ਸਾਹਿਬ ਅੰਦਰ ਲੋਕ ਬਹੁਤ ਦੂਰੋਂ ਚੱਲ ਕੇ ਆਉਂਦੇ ਨੇ, ਲੇਕਿਨ ਇੱਥੇ ਤਾਂ ਸਾਰਾ ਆਸ-ਪਾਸ ਦੇ ਕਈ ਕਿਲੋਮੀਟਰ ਅੰਦਰ ਬਹੁਤ ਵੱਡਾ ਡੈਂਸਡ ਪਾਪੂਲੇਟਡ ਏਰੀਆ ਹੈ, ਇਸ ਕਰਕੇ ਲੋਕਾਂ ਨੂੰ ਇਹਦਾ ਬਹੁਤ ਵੱਡਾ ਲਾਭ ਇੱਥੇ ਮਿਲੇਗਾ। ਅਸੀਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਹ ਦਵਾਖਾਨਾ ਖੋਲ੍ਹਿਆ ਔਰ ਉਹਦਾ ਜਿਹੜਾ ਫੀਡਬੈਕ ਆਇਆ ਔਰ ਉਸ ਤੋਂ ਬਾਅਦ ਜਿਹੜੀ ਡਿਮਾਂਡ ਆਈ ਹੈ ਨਾਰਥ ਦਿੱਲੀ ਦੇ ਲੋਕਾਂ ਦੀ, ਉਹਨਾਂ ਨੇ ਕਿਹਾ ਕਿਉਂਕਿ ਸਾਨੂੰ ਇੰਨੀ ਦੂਰ ਬੰਗਲਾ ਸਾਹਿਬ ਆ ਕੇ ਦਵਾਈ ਲੈਣੀ ਪੈਂਦੀ, ਕਿਉਂਕਿ ਦਵਾਈਆਂ ਦੇ ਰੇਟਾਂ 'ਚ ਬਹੁਤ ਫਰਕ ਹੈ। ਜਿੱਥੇ ਅਸੀਂ ਕਹਿ ਸਕਦੇ ਹਾਂ ਕਿ 3-3 ਗੁਣਾ ਰੇਟ ਦਾ ਫਰਕ ਆਉਂਦਾ, ਜਿਹੜੀ ਅਸੀਂ ਸੇਲ ਕਰਦੇ ਹਾਂ ਔਰ ਜਿਹੜੀ MRP ਉਹਦੇ ਉੱਤੇ ਲਿਖੀ ਉਸ 'ਤੇ 3 ਟਾਈਮਸ ਦਾ ਫਰਕ ਹੈ। ਸੋ ਲੋਕਾਂ ਨੂੰ ਜਿਹੜਾ ਫਾਇਦਾ ਮਿਲਿਆ ਬਾਲਾ ਪ੍ਰੀਤਮ ਦਵਾਖਾਨਾ ਬੰਗਲਾ ਸਾਹਿਬ ਖੁੱਲ੍ਹਣ ਤੋਂ ਬਾਅਦ, ਉਸ ਫੀਡਬੈਕ ਦੇ ਆਧਾਰ ਦੇ ਉੱਤੇ ਅਸੀਂ ਫੈਸਲਾ ਲਿਆ ਕਿ ਅਸੀਂ ਦਿੱਲੀ ਦੇ 6 ਜੋ ਜ਼ੋਨ ਹੈਗੇ ਨੇ, ਜਿਹੜੇ ਨਾਰਥ, ਈਸਟ, ਵੈਸਟ, ਸਾਊਥ, ਸਭ ਦੇ ਅਸੀਂ ਉੱਥੇ ਦਵਾਖਾਨੇ ਖੋਲਾਂਗੇ। ਔਰ ਜਿਸ ਤਰੀਕੇ ਦੇ ਨਾਲ ਅਸੀਂ ਲਾਇਸੈਂਸਿਸ ਅਪਲਾਈ ਕਰ ਰਹੇ ਹਾਂ, ਜਿੱਥੇ ਸੂਟੇਬਲ ਪਲੇਸਿਸ ਸਾਨੂੰ ਮਿਲ ਰਹੀ ਹੈ, ਕੋਸ਼ਿਸ਼ ਸਾਡੀ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਹਦਾ ਫਾਇਦਾ ਪਹੁੰਚਾ ਸਕੀਏ। ਕਿਉਂਕਿ ਜਿੰਨਾ ਕੁ ਮੈਡੀਸਿਨਸ ਦੇ ਰੇਟਾਂ ਦੇ ਵਿੱਚ ਫਰਕ ਹੈ, ਮੈਂ ਸਮਝਦਾ ਕਿ ਸਰਕਾਰ ਨੂੰ ਵੀ ਕਿਧਰੇ ਨਾ ਕਿਧਰੇ ਪਾਬੰਦੀ ਲਗਾਉਣੀ ਚਾਹੀਦੀ ਹੈ, ਰੇਟਾਂ ਨੂੰ ਇੱਕ ਰਾਸ਼ਨਲਾਈਜ਼ ਕਰਨਾ ਚਾਹੀਦਾ ਕਿ ਵੀ ਇਸ ਰੇਟ ਦੇ ਉੱਤੇ ਕੋਈ ਵੇਚ ਨਹੀਂ ਸਕਦਾ, ਕਿਉਂਕਿ ਸਾਰੇ ਲੋਕ ਗੁਰਦੁਆਰਾ ਸਾਹਿਬ ਨਹੀਂ ਪਹੁੰਚ ਸਕਦੇ ਲੈਣ ਵਾਸਤੇ। ਮਗਰ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ, ਜਿੱਥੇ ਤੱਕ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਸੰਗਤਾਂ ਨੂੰ ਵੱਧ ਤੋਂ ਵੱਧ ਇਹਦਾ ਫਾਇਦਾ ਦੇ ਸਕੀਏ। ਔਰ ਅੱਜ ਗੁਰਦੁਆਰਾ ਨਾਨਕ ਪਿਆਉ ਵਿਖੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਇਹ ਦਵਾਖਾਨਾ ਖੋਲ੍ਹਿਆ ਗਿਆ ਤਾਂ ਕਿ ਨਾਰਥ ਦਿੱਲੀ ਦੀਆਂ ਸਾਰੀਆਂ ਸੰਗਤਾਂ ਨੂੰ ਇਹਦਾ ਫਾਇਦਾ ਚੁੱਕ ਸਕੇ। ਗੁਰਦੁਆਰਿਆਂ ਦੇ ਵਿੱਚ ਅਸੀਂ ਇਹ ਖੋਲ੍ਹ ਰਹੇ ਹਾਂ ਔਰ ਉਹਦਾ ਮਕਸਦ ਇੱਕੋ ਹੀ ਇਹ ਦੱਸਣ ਦਾ ਲੋਕਾਂ ਨੂੰ, ਇਹ ਮਾਨਵਤਾ ਦੀ ਸੇਵਾ ਵਸੇ ਵੇ, ਨਾ ਕਿ ਕਿਸੇ ਕਮਿਊਨਿਟੀ ਦੀ ਸੇਵਾ ਵਸੇ। ਔਰ ਜਿੱਥੋਂ ਕੋਈ ਵੀ ਲੋਕ ਆ ਕੇ ਇੱਥੇ ਲਿਜਾ ਸਕਦੇ ਨੇ। ਗੁਰਦੁਆਰਾ ਬੰਗਲਾ ਸਾਹਿਬ ਤੁਸੀਂ ਦੇਖਿਆ ਹੋਣਾ, ਮੁਹੰਮਦਨ ਲੋਕ ਜਿੰਨੇ ਨੇ, ਹਿੰਦੂ ਲੋਕ, ਜਿਹੜੇ ਵੀ ਅਲੱਗ-ਅਲੱਗ ਰਿਲੀਜਨਸ ਨੂੰ ਹੈ, ਖਾਲੀ ਸਿੱਖਾਂ ਨੂੰ ਨਹੀਂ ਦਿੱਤੀ ਜਾਂਦੀ। ਸਿਰਫ ਇੱਕ ਗੱਲ ਅਸੀਂ ਜ਼ਰੂਰ ਇਹਦੇ ਉੱਤੇ ਸਟ੍ਰਿਕਨੈਸ ਰੱਖੀ ਹੋਈ ਹੈ ਕਿ ਵਿਦਆਊਟ ਪ੍ਰਸਕ੍ਰਿਪਸ਼ਨ ਅਸੀਂ ਮੈਡੀਸਿਨਸ ਨਹੀਂ ਦਿੰਦੇ, ਜਿਹੜੇ ਡਾਕਟਰ ਪ੍ਰਸਕ੍ਰਾਈਬ ਕਰਦੇ ਨੇ ਉਹਦੇ ਰਾਹੀਂ ਦਿੰਦੇ ਆ। ਸੋ ਮੈਂ ਸਮਝਦਾ ਕਿ ਇਹਦੇ ਨਾਲ ਸੰਗਤਾਂ ਨੂੰ ਬਹੁਤ ਫਾਇਦਾ ਪਹੁੰਚਿਆ ਵੀ ਹੈ ਔਰ ਇਸ ਇਲਾਕੇ ਦੀ ਸੰਗਤ ਨੂੰ ਪਹੁੰਚੇਗਾ।
ਅਗਲਾ ਪੜਾਅ ਕੀ ਹੋਏਗਾ? ਬੰਗਲਾ ਸਾਹਿਬ ਤੋਂ ਬਾਅਦ ਹੁਣ ਨਾਨਕ ਪਿਆਊ ਤੇ ਅੱਗੇ ਪਹਿਲੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਸਥਾਪਿਤ ਕੀਤੇ ਜਾਣਗੇ ਜਾਂ ਸਿੰਘ ਸਭਾ ਪੱਧਰ ਤੱਕ ਵੀ ਜਾਇਆ ਜਾਏਗਾ? ਨਹੀਂ, ਅਸੀਂ ਤੁਹਾਨੂੰ ਸਿਰਫ ਜ਼ੋਨਾਂ ਦੀ ਗੱਲ ਕੀਤੀ ਹੈ। ਜ਼ੋਨਾਂ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਇਤਿਹਾਸਿਕ ਗੁਰਦੁਆਰੇ ਜਾਂ ਸਿੰਘ ਸਭਾ ਗੁਰਦੁਆਰੇ ਹੋਣ। ਜਿੱਥੇ ਵੀ ਦਿੱਲੀ ਕਮੇਟੀ ਦੀ ਸੂਟੇਬਲ ਪਲੇਸਿਸ ਹੈਗੀ ਹੈ, ਸਾਡੇ ਕੋਲੋਂ ਵੈਸਟ ਦਿੱਲੀ ਦੇ ਵਿੱਚ ਸਾਡਾ ਸੁੱਖੋ ਖਾਲਸਾ ਸਕੂਲ ਹੈ, ਉਹਦੀ ਬਿਲਡਿੰਗ ਦੇ ਵਿੱਚ ਸਾਡੇ ਕੋਲ ਜਗ੍ਹਾ ਹੈਗੀ ਹੈ, ਕਿਉਂਕਿ ਉਹ ਲੋਕੇਸ਼ਨ ਐਸੀ ਹੈ ਕਿ ਜਿੱਥੋਂ ਅਸੀਂ ਸਾਰੇ ਮੇਨ ਏਰੀਆਜ਼ ਫੀਡ ਕਰ ਸਕਦੇ ਹਾਂ। ਸਾਊਥ ਦਿੱਲੀ ਤੋਂ ਵੀ ਅਸੀਂ ਕੋਈ ਇਹੋ ਜਿਹੀ ਜਗ੍ਹਾ ਲੱਭਾਂਗੇ ਜਿੱਥੋਂ ਅਸੀਂ ਮੇਨ ਏਰੀਆਜ਼ ਫੀਡ ਕਰ ਸਕਦੇ ਹਾਂ। ਅਸੀਂ ਉਹ ਜਗ੍ਹਾ ਸੂਟੇਬਲ ਪਲੇਸਿਸ ਦੇਖ ਕੇ, ਇਹ ਕੋਈ ਜ਼ਰੂਰੀ ਨਹੀਂ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਹਦਾ ਹੀ ਦਵਾਖਾਨਾ ਖੋਲ੍ਹਿਆ ਜਾਏ। ਸੰਗਤਾਂ ਲਈ ਇਹ ਫਾਇਦੇਦਾਰ ਹੈ ਔਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਬੈਨਰ ਥੱਲੇ ਖੁੱਲ੍ਹਣਗੇ। ਅੱਜ ਨਾਨਕ ਗੁਰਦੁਆਰੇ ਬਾਲਾ ਜੀ ਪ੍ਰੀਤਮ ਦਵਾਖਾਨਾ ਸ਼ੁਰੂ ਕੀਤਾ ਗਿਆ, ਜੋ ਕਿ ਅਸੀਂ 2-3 ਮਹੀਨੇ ਲੱਗੇ ਸੀ। ਪਹਿਲਾਂ ਅਸੀਂ ਦਵਾਖਾਨਾ ਬੰਗਲਾ ਸਾਹਿਬ ਸ਼ੁਰੂ ਕੀਤਾ ਸੀ, ਜਿੰਦਾ ਰਿਸਪੌਂਸ ਬਹੁਤ ਅੱਛਾ ਮਿਲਿਆ, ਕਿਉਂਕਿ ਪਰਿਵਾਰਾਂ ਨੂੰ ਦਵਾਈਆਂ ਦੀ ਬਜਟ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਅਤੇ ਦਵਾਈਆਂ ਬਹੁਤ ਮਹਿੰਗੀਆਂ ਹੋ ਕਰਕੇ ਪਰਿਵਾਰ ਕਈ ਦਵਾਈਆਂ ਵਾਸਤੇ ਬੜੇ, ਕਰੋਨਾ ਦੀ ਮਹਾਂਮਾਰੀ ਕਰਕੇ ਉਹਨਾਂ ਨੂੰ ਦਵਾਈਆਂ ਖਰੀਦਣਾ ਬਹੁਤ ਮੁਸ਼ਕਿਲ ਹੋ ਪਾ ਰਿਹਾ ਸੀ। ਉਸ ਨੂੰ ਵੇਖਦੇ ਹੋਏ ਕਮੇਟੀ ਨੇ ਫੈਸਲਾ ਲਿੱਤਾ ਸੀ ਕਿ ਅਸੀਂ ਦਵਾਖਾਨਾ ਖੋਲ੍ਹੀਏ ਜਿੱਥੇ ਬਗੈਰ ਲੋਸ ਪ੍ਰੋਫਿਟ ਦੇ ਅਸੀਂ ਦਵਾਈ ਪ੍ਰੋਵਾਈਡ ਕਰ ਸਕੀਏ ਸੰਗਤਾਂ ਨੂੰ, ਜਿਹੜਾ ਕਿ ਉੱਥੇ ਸਾਨੂੰ ਰਿਸਪੌਂਸ ਬਹੁਤ ਅੱਛਾ ਮਿਲਿਆ। ਉੱਥੇ ਮਹੀਨੇ ਦੀ 50 ਲੱਖ ਤਕਰੀਬਨ ਦੀ ਦਵਾਈ ਉੱਥੇ ਜਾ ਰਹੀ ਸੀ, ਸੇਲ ਹੋ ਰਹੀ ਸੀ, ਜਿਹੜੀ ਕਿ ਅਸੀਂ ਨੋ ਲੋਸ ਨੋ ਪ੍ਰੋਫਿਟ ਦੇ ਰਹੇ ਸੀ। ਅਤੇ ਉਹਨੂੰ ਦੇਖਦੇ ਹੋਏ ਸਾਨੂੰ ਜਿਹੜਾ ਸੰਗਤਾਂ ਦਾ ਜਿਹੜਾ ਬਹੁਤ ਜ਼ੋਰ ਆਇਆ ਵੀ ਤੁਸੀਂ ਇਹ ਦਵਾਖਾਨਾ ਹੋਰ ਵਧਾਓ, ਵੀ ਉਹ ਸੈਂਟਰ 'ਚ ਦੂਰ ਪੈਂਦਾ। ਫਿਰ ਅਸੀਂ ਇਹ ਦੂਜਾ ਦਵਾਖਾਨਾ ਇੱਥੇ ਨਾਨਕ ਗੁਰਦੁਆਰੇ ਜਿਹੜਾ ਨਾਰ ਦਿੱਲੀ ਲੋਕਾਂ ਨੂੰ ਬਹੁਤ ਸਹੂਲਤ ਮਿਲੇ ਖੋਲ੍ਹਿਆ, ਔਰ ਇੱਥੇ ਕਈ ਦਵਾਈਆਂ ਦਾ 200% ਦਾ ਫਰਕ ਹੈ। ਜਿਹੜੀ ਕਿ ਦਵਾਈ ਆਮ ਜਿਹੜੀ ਕੈਂਸਰ ਦੀ, ਕਿਡਨੀ ਦੀ, ਹੋਰ ਮਹਿੰਗੀਆਂ ਦਵਾਈਆਂ ਨੇ 35 ਤੋਂ 50% ਤੱਕ ਦਾ ਡਿਸਕਾਊਂਟ ਮਿਲ ਰਿਹਾ ਸੰਗਤਾਂ ਨੂੰ। ਅਤੇ ਉਹ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸਹਿਯੋਗ ਕੀਤਾ ਸਾਨੂੰ ਵੀ ਇਹ ਖੋਲ੍ਹਣ ਵਾਸਤੇ ਦਵਾਖਾਨਾ। ਅਤੇ ਅੱਜ ਉਸ ਦਵਾਖਾਨਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਮਨਜੀਤ ਸਿਰਸਾ ਦੇ ਹਰਮੀਤ ਸਿੰਘ ਕਾਲਕਾ ਜੀ ਨੇ ਅਗਵਾਈ 'ਚ ਆ ਕੇ ਇੱਥੇ ਅਰਦਾਸ ਕਰਾ ਕੇ ਦਵਾਖਾਨਾ ਸ਼ੁਰੂ ਕੀਤਾ ਹੋਵੇ, ਜਿੱਥੇ ਲੋਕਾਂ ਨੂੰ ਇੱਥੇ ਸੰਗਤਾਂ ਨੂੰ ਬਹੁਤ ਹੀ ਸਹੂਲਤ ਮਿਲੇਗੀ। ਅਤੇ ਹੁਣ ਇਸ ਤੋਂ ਬਾਅਦ ਅਸੀਂ ਬਹੁਤ ਜਲਦ ਵੈਸਟ ਦਿੱਲੀ ਦੇ ਅੰਦਰ ਦਵਾਖਾਨਾ ਖੋਲ੍ਹਣ ਜਾ ਰਹੇ ਹਾਂ ਕਿ ਉੱਥੇ ਦੀ ਸੰਗਤ ਨੂੰ ਇਹ ਫਾਇਦਾ ਮਿਲ ਸਕੇ। ਗੁੰਜਾ ਸਿੱਖਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 9ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੱਡੇ ਪੱਧਰ ਤੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਧਰਮਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ, ਜਿਸ ਨੂੰ ਲੈ ਕੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ। ਆਪਣੇ ਜੀਵਨ ਕਾਲ 'ਚ ਸਭ ਤੋਂ ਅਗਰ ਕੋਈ ਸੁਨਹਿਰਾ ਸਮਾਂ ਆ ਰਿਹਾ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸ਼ਤਾਬਦੀ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਦਾ ਸਮਾਂ ਆ ਰਿਹਾ ਹੈ। ਇਹ ਸਮਝੀਏ ਕਿ ਅਕਾਲ ਪੁਰਖ ਨੇ ਕੋਈ ਸਾਡੇ ਤੇ ਵੱਖਰੀ ਕਿਰਪਾ ਕੀਤੀ। ਘੱਟੋ ਘੱਟ ਮੈਂ ਜਿਹੜੀ ਗੱਲ ਤੋਂ ਸ਼ੁਰੂ ਕੀਤੀ ਸੀ, ਮੈਂ ਕਿਉਂ ਕੀਤੀ ਸੀ ਕਿ ਮੈਂ ਸਿਰਫ ਜਦੋਂ ਮੈਨੂੰ ਇਹ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਸਾਡੇ ਤੇ, ਮੇਰੇ ਤੇ ਵੀ ਬੜੀ ਵੱਖਰੀ ਕਿਰਪਾ ਕੀਤੀ ਆ, ਐਸੀ ਬਖਸ਼ਿਸ਼ ਕਰ ਦਿੱਤੀ। 550 ਸਾਲਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਦਿਨ ਮਨਾਉਣ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਇੰਨਾ ਵੱਡਾ ਦਿਨ ਮਨਾਉਣ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ ਹੈ। ਇਹ ਕੋਵਿਡ ਦੇ ਦੌਰਾਨ ਸੇਵਾ ਕਰਨ ਦੀ ਰਹਿਮਤ ਬਖਸ਼ਿਸ਼ ਮਾਲਕ ਨੇ ਸਾਡੀ ਝੋਲੀ ਪਾਈ, ਤੇ ਮੈਂ ਤੇ ਆਪਣਾ ਨੂੰ ਬੜਾ ਭਾਗਾਂ ਵਾਲਾ ਜੀ ਸਮਝਦਾ ਹਾਂ। ਮੈਂ ਤੇ ਆਪਣਾ ਇੱਕ ਇੱਕ ਪਲ ਪਲ ਘੜੀ ਘੜੀ ਕੇਵਲ ਔਰ ਕੇਵਲ ਇਸ ਇੱਕ ਟੀਚੇ ਤੇ ਗੁਰੂ ਚਰਨਾਂ 'ਚ ਆਪਣੀ ਲਾ ਰੱਖੀ ਆ। ਕੋਈ ਮੇਰੀ ਜ਼ਿੰਦਗੀ ਦੇ ਅੰਦਰ ਹੋਰ ਇਸ ਤੋਂ ਵੱਡਾ ਕੋਈ ਉਪਰਾਲਾ ਨਹੀਂ ਹੋਦਾ, ਕੋਸ਼ਿਸ਼ ਨਹੀਂ, ਸੇਵਾ ਨਹੀਂ ਹੋ ਸਕਦੀ ਜੋ ਮੈਂ ਸੋਚਾਂ ਕਿ ਮੈਂ ਇਸ ਤੋਂ ਅੱਛੀ ਕੋ ਕਰ ਸਕਦਾ। ਮੈਨੂੰ ਲੱਗਦਾ ਕਿ ਗੁਰੂ ਚਰਨਾਂ ਦੀ ਮਹਾਨ ਸੇਵਾ ਹੀ ਅੱਜ ਦੇ ਸਮੇਂ 'ਚ ਸਭ ਤੋਂ ਅੱਛੀ ਅਗਰ ਮੈਂ ਕੋਈ ਕਰ ਸਕਦਾ ਹੈ ਤੇ ਗੁਰੂ ਨੇ ਮੇਰੇ ਤੇ ਰਹਿਮਤ ਬਖਸ਼ਿਸ਼ ਕਰਕੇ ਐਡੀ ਮਹਾਨ ਸੇਵਾ ਲਈ ਹੈ। ਸੋ ਆਪ ਜੀ ਤੇ ਵੀ ਬੜੀ ਕਿਰਪਾ ਹੈ। ਮੈਂ ਗੱਲ ਤੁਹਾਨੂੰ ਤਾਂ ਕਹਿ ਰਿਹਾ ਹੈ, ਇਹ ਕੋਈ ਛੋਟੀ ਗੱਲ ਨਹੀਂ। ਜਦੋਂ ਆਪਾਂ ਸੁਭਾਵਿਕ ਸੋਚਾਂਗੇ ਤਾਂ ਬੜੀ ਛੋਟੀ ਜਿਹੀ ਗੱਲ ਹੈ, ਆਪਾਂ ਰੋਜ਼ ਗੁਰਦੁਆਰੇ 'ਚ ਸੇਵਾ ਕਰਦੇ ਹਾਂ। ਪਰ ਜਦੋਂ ਤੁਸੀਂ ਇਹ ਸੋਚੋਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਹੋ ਰਹੀ ਆ ਔਰ ਉਹਨਾਂ ਦਾ 400 ਸਾਲਾ ਜਦੋਂ ਅਸੀਂ ਮਨਾਉਣ ਜਾ ਰਹੇ ਹਾਂ, ਉਹਦੇ ਅੰਦਰ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇਹ ਮੇਰੇ ਮਾਲਕ ਦੀ ਆਪ ਕਿਰਪਾ ਹੋ ਰਹੀ ਆ, ਇਹ ਬੰਦੇ ਦੇ ਹੱਥ 'ਚ ਨਹੀਂ ਹੈਗਾ। ਇਸ ਕਰਕੇ ਜਿਹੜੀ ਹਰਮੀਤ ਜੀ ਨੇ ਇੱਕ ਗੱਲ ਤੁਹਾਨੂੰ ਕਹੀ ਬੜੀ ਇੰਪੋਰਟੈਂਟ, ਜਿਹੜੀ ਸੇਵਾ ਕਰ ਸਕਦਾ, ਅਸੀਂ ਨਹੀਂ ਕਿਸੇ ਨੂੰ ਫੋਰਸ ਕਰਦੇ। 400 ਸਾਲਾ ਸ਼ਤਾਬਦੀ ਦੇ ਮੌਕੇ ਤੇ ਜਿਹੜੀ ਮੀਟਿੰਗ ਬੁਲਾਈ ਗਈ, ਉਹਦੇ ਵਿੱਚ 101 ਮੈਂਬਰੀ ਕਮੇਟੀ ਦਿੱਲੀ ਦੇ ਵਿੱਚ ਬਣਾਈ ਗਈ ਹੈ। ਸਰਦਾਰ ਅਵਤਾਰ ਸਿੰਘ ਜੀ ਹਿੱਤ ਸਾਹਿਬ ਨੂੰ ਉਹਦਾ ਚੇਅਰਮੈਨ ਬਣਾਇਆ ਗਿਆ ਔਰ ਉਸ ਕਮੇਟੀ ਦਾ ਮੁੱਖ ਮਹੱਤਵ ਹੋਏਗਾ ਕਿ ਜਿੱਥੇ ਉਹਨਾਂ ਦੇ ਸੁਝਾਅ ਲਏ ਗਏ ਉੱਥੇ ਇਹਨੂੰ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਇਹਨਾਂ ਦੇ ਸਹਿਯੋਗ ਦੀ ਲੋੜ ਹੈ। 101 ਮੈਂਬਰੀ ਕਮੇਟੀ
ਔਰ ਉਹਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਧਰਮ ਪ੍ਰਚਾਰਕ ਸਾਰੇ ਮਿਲ ਕੇ ਇਸ ਪ੍ਰੋਗਰਾਮਾਂ ਨੂੰ ਚਲਾਉਣਗੇ ਔਰ ਇਹ 5 ਮਹੀਨੇ ਦੇ ਸਮੇਂ ਦੇ ਵਿੱਚ ਜੋ ਰੂਪਰੇਖਾ ਬਣੇਗੀ ਇਹ ਸਾਰੀ ਕਮੇਟੀ ਨੇ ਤੈਅ ਕਰਨੀ। ਔਰ ਅੱਜ ਦਿੱਲੀ ਦੀ ਵੱਖ-ਵੱਖ ਸਿੰਘ ਸਭਾਵਾਂ ਦੀ ਰਿਪਰੈਜ਼ੈਂਟੇਸ਼ਨ ਲਈ ਗਈ ਹੈ, ਜਥੇਬੰਦੀਆਂ ਤੋਂ, ਸੰਪਰਦਾਵਾਂ ਤੋਂ ਔਰ ਜਿਹੜਾ ਸੰਤ ਸਮਾਜ ਸੀ ਉਹਦੇ ਨਾਲ ਸਾਡੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਔਰ ਕੀਰਤਨੀ ਸਿੰਘ ਸਾਹਿਬ ਨੂੰ ਬੁਲਾਇਆ ਗਿਆ ਸੀ। ਇਹਨਾਂ ਸਾਰਿਆਂ ਨੇ ਉਹਦੇ ਵਿੱਚ ਆਪਣੇ ਬਹੁਤ ਵਧੀਆ ਸੁਝਾਅ ਦਿੱਤੇ ਨੇ ਔਰ ਉਹਨਾਂ ਨੂੰ ਦੇਖਦੇ ਹੋਏ ਇਸ ਸਟਾਪ ਨੂੰ ਮਨਾਇਆ ਗਿਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਮਾਗਮ ਕਰਵਾਏ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਦੇ ਆਗਮਨ ਦੀ ਖੁਸ਼ੀਆਂ ਦੇ ਅੰਦਰ ਇਹ ਮਹਾਨ ਸੇਵਾ ਕਰਨ ਦਾ ਮੌਕਾ ਗੁਰੂ ਸਾਹਿਬ ਨੇ ਸਾਨੂੰ ਤੇ ਤੁਹਾਨੂੰ ਦਿੱਤਾ ਹੈ। ਇਹ ਬੜੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ। ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਦਾ ਇਹ ਪਵਿੱਤਰ ਸਥਾਨ ਆ ਜਿੱਥੇ ਗੁਰੂ ਸਾਹਿਬ ਨੇ ਮਾਨਵਤਾ ਦੀ ਰੱਖਿਆ ਕਰਦੇ ਹੋਏ, ਤਿਲਕ ਜਨੇਊ ਦੀ ਰੱਖਿਆ ਕਰਦੇ ਹੋਏ ਬਹੁਤ ਵੱਡਾ ਮਾਨਵਤਾ ਲਈ ਇੱਕ ਐਸੀ ਸ਼ਹਾਦਤ ਦਿੱਤੀ ਜਿਹੜੀ ਰਹਿੰਦੀ ਦੁਨੀਆ ਤੱਕ ਨਾ ਕੋਈ ਸਾਨੀ ਹੋ ਸਕਦਾ ਹੈ, ਨਾ ਕਦੀ ਕੋਈ ਸਾਨੀ ਹੋਗਾ। ਔਰ ਰਹਿੰਦੀ ਦੁਨੀਆ ਤੱਕ ਇਸ ਜਗਤ ਦੇ ਲੋਕ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਕਮਲਾਂ 'ਤੇ ਆ ਕੇ ਨਿੱਤ ਆਪਣਾ ਸੀਸ ਨਵਾ ਕੇ, ਨੱਕ ਰਗੜ ਕੇ ਨਿੱਤ ਸਜਦੇ ਕਰਨ, ਫਿਰ ਵੀ ਗੁਰੂ ਸਾਹਿਬ ਜੀ ਦਾ ਦਿੱਤਾ ਏਡਾ ਵੱਡਾ ਉਪਕਾਰ ਕੋਈ ਉਤਾਰ ਨਹੀਂ ਸਕਦਾ। ਅੱਜ ਦੇਸ਼ ਔਰ ਦੁਨੀਆ ਦੇ ਅੰਦਰ ਮੈਂ ਪਰਸੋਂ ਜਿੱਦਣ ਸਾਡਾ ਪ੍ਰੋਗਰਾਮ ਦੀ 14 ਨੂੰ ਸ਼ੁਰੂਆਤ ਕੀਤੀ ਗਈ ਇਸ ਪ੍ਰੋਗਰਾਮ ਦੇ 101 ਮੈਂਬਰੀ ਕਮੇਟੀ ਬਣਾ ਕੇ ਦਿੱਲੀ ਦੀਆਂ ਸਾਰੀਆਂ ਪਤਵੰਤੇ ਸੱਜਣਾਂ ਨੂੰ, ਸੰਸਥਾਵਾਂ ਨੂੰ, ਸਿੰਘ ਸਭਾਵਾਂ ਨੂੰ ਬੁਲਾ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉੱਥੇ ਮੈਨੂੰ ਬਹੁਤ ਅੱਛੀ ਗੱਲ ਲੱਗੀ ਜਥੇਦਾਰ ਅਵਤਾਰ ਸਿੰਘ ਹਿੱਤ ਸਾਹਿਬ ਨੇ ਜਿਹੜੀ ਕਹੀ ਕਿ ਇੱਥੇ 2 ਮੰਦਿਰ ਨੇ, ਜੈਨ ਮੰਦਿਰ ਵੀ ਹੈ ਇੱਕ, ਤੇ ਉਹ ਪੁੱਛ ਰਹੇ ਸੀ ਸਾਰਿਆਂ ਨੂੰ ਕਿ ਪਹਿਲਾਂ ਇਹ ਦੱਸੋ ਕਿ ਮੰਦਿਰ ਪਹਿਲਾਂ ਬਣਿਆ ਸੀ ਕਿ ਗੁਰਦੁਆਰਾ। ਮਤਲਬ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਮਹਾਨ ਸ਼ਹਾਦਤ ਨਾ ਹੋਈ ਹੁੰਦੀ, ਚਮਨਜੀਤ ਸਿੰਘ ਲਾਲ ਜੀ, ਜੇਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਨਾ ਦਿੱਤੀ ਹੁੰਦੀ, ਇਹ ਪਵਿੱਤਰ ਸਥਾਨ ਨਾ ਬਣਿਆ ਹੁੰਦਾ, ਤੇ ਫਿਰ ਇਹ ਮੰਦਿਰ ਨਹੀਂ ਕਦੀ ਬਣਨੇ ਸੀ। ਇਹ ਮੰਦਿਰ ਤਾਂ ਹੀ ਬਣੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਮਹਾਨ ਸ਼ਹਾਦਤ ਦੇ ਸਦਕੇ ਹੀ ਅੱਜ ਦੇਸ਼ ਦੇ ਲੋਕ ਆਪਣੇ ਧਰਮ ਨੂੰ ਆਜ਼ਾਦੀ ਦੇ ਨਾਲ ਨਿਭਾ ਰਹੇ ਨੇ। ਵਰਨਾ ਇਸ ਦੇਸ਼ ਦੇ ਹਾਲਾਤ ਕੈਸੇ ਹੁੰਦੇ ਸਾਨੂੰ ਤੇ ਤੁਹਾਨੂੰ ਦੱਸਣ ਦੀ ਲੋੜ ਨਹੀਂ, ਕਿਸ ਤਰ੍ਹਾਂ ਦਾ ਬੋਲਬਾਲ ਹੁੰਦਾ ਇਹ ਵੀ ਸਾਨੂੰ ਦੱਸਣ ਦੀ ਲੋੜ ਨਹੀਂ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਹੀ ਨਹੀਂ,
ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਸ ਤਰੀਕੇ ਆਪਣੇ 4 ਲਾਲਾਂ ਨੂੰ ਵਾਰ ਕੇ ਇੰਨਾ ਸੋਹਣਾ ਰੂਪ ਤੇ ਸਰੂਪ ਸਾਨੂੰ ਬਖਸ਼ਿਆ ਹੈ, ਇਹ ਵੀ ਮੇਰੇ ਮਾਲਕ ਦੀ ਅਪਾਰ ਕਿਰਪਾ ਤੇ ਰਹਿਮਤ ਤੇ ਬਖਸ਼ਿਸ਼ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਆਪਾਂ ਪ੍ਰਕਾਸ਼ ਪੁਰਬ ਮਨਾਉਣਾ ਹੈ, ਜੋ ਅਸੀਂ ਸਾਰੇ ਸਲਾਹਾਂ ਕੀਤੀਆਂ, ਭਾਈ ਸਾਹਿਬ ਵੀ ਕੋਲ ਹੀ ਸੀ ਉੱਥੇ, ਉਦੋਂ ਦੀ ਮੀਟਿੰਗ 'ਚ ਸੀਗੇ, ਬਹੁਤ ਅੱਛੇ ਸੁਝਾਅ ਆਏ, ਐਸੇ ਸੁਝਾਅ ਆਏ ਵੀ ਇੱਕ ਹੀ ਟੀਚਾ ਰੱਖੋ, ਟੀਚਾ ਇੱਕ ਹੋਣਾ ਚਾਹੀਦਾ ਏ ਕਿ ਕੋਈ ਘਰ ਵਾਂਝਾ ਨਾ ਰਹਿ ਜੇ ਜਦੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਮਹਾਨ ਸ਼ਹਾਦਤ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਕਰਕੇ ਹੀ ਉਸ ਦਾ ਧਰਮ ਔਰ ਉਸ ਦਾ ਘਰ ਬਚਿਆ ਹੋਇਆ ਏ, ਇਹ ਸੰਦੇਸ਼ ਘਰ ਘਰ ਪਹੁੰਚਾਉਣ ਵਾਸਤੇ ਆਪਾਂ ਇਕਜੁੱਟ ਹੋਈਏ। ਐਸੇ ਉਪਰਾਲੇ ਕੀਤੇ ਗਏ, ਐਸੇ ਸੁਝਾਅ ਦਿੱਤੇ ਗਏ। ਸੋ ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜੀ 101 ਮੈਂਬਰੀ ਕਮੇਟੀ ਬਣਾਈਆਂ, ਇਹ ਦਿੱਲੀ ਦੀਆਂ ਪਤਵੰਤੀਆਂ ਸਿੰਘ ਸਭਾਵਾਂ, ਪਤਵੰਤੇ ਸਿੱਖ ਸਾਹਿਬਾਨ, ਇੱਥੋਂ ਦੀਆਂ ਸਿੱਖ ਜਥੇਬੰਦੀਆਂ, ਇੱਥੋਂ ਦੇ ਸਮਾਜਿਕ ਲੋਕ ਔਰ ਦਿੱਲੀ ਦੀਆਂ ਸਾਰੀਆਂ ਉਹ ਸੰਸਥਾਵਾਂ ਜਿਨ੍ਹਾਂ ਨੇ ਹਮੇਸ਼ਾ ਹੀ ਧਰਮ ਦੀ ਗੱਲ ਕੀਤੀ, ਗੁਰੂ ਦੀ ਗੱਲ ਕੀਤੀ, ਉਹਨਾਂ ਨੂੰ ਜੋੜ ਕੇ ਸਾਰਿਆਂ ਦਾ ਸਹਿਯੋਗ ਲੈ ਕੇ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹ ਆਪ ਦੀ ਕਮੇਟੀ ਆ, ਅਸੀਂ ਤੇ ਕੇਵਲ ਇਹਦੇ ਅੱਜ ਦੀ ਡੇਟ ਅੰਦਰ ਸੇਵਾਦਾਰ ਹਾਂ। ਦਿੱਲੀ ਸਿੱਖ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਕੋਈ ਪਾਰਟੀ ਦੀ ਨਹੀਂ, ਉਹ ਸਿੱਖਾਂ ਦੀ ਇੱਕ ਨੁਮਾਇੰਦਾ ਜਮਾਤ ਆ ਜਿਸ ਦੇ ਉੱਤੇ ਦੇਸ਼ ਔਰ ਦੁਨੀਆ ਦੇ ਲੋਕਾਂ ਦਾ ਵਿਸ਼ਵਾਸ ਹੈ। ਸੋ ਗੁਰੂ ਸਾਹਿਬ ਆਪਣੇ ਤੇ ਰਹਿਮਤ ਕਰਨ, ਬਖਸ਼ਿਸ਼ ਕਰਨ। ਅਸੀਂ ਤੇ ਗੁਰੂ ਸਾਹਿਬ ਦੇ ਓਟ ਆਸਰੇ ਸਦਕੇ ਪਰ ਆਪ ਸੰਗਤਾਂ ਨੂੰ ਅਸੀਂ ਜ਼ਰੂਰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਸ ਤਰੀਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਸਮਾਗਮ ਬਹੁਤ ਵੱਡੇ ਪੱਧਰ ਤੇ ਮਨਾਏ ਗਏ, ਉਸੇ ਤਰੀਕੇ ਹੀ ਉਸ ਤੋਂ ਕੋਸ਼ਿਸ਼ ਕਰਾਂਗੇ ਕਿ ਬਿਹਤਰ ਤਰੀਕੇ, ਹੋਰ ਸੂਝਵਾਨ ਤਰੀਕੇ ਨਾਲ, ਹੋਰ ਸਮਝਦਾਰੀ ਨਾਲ ਆਪ ਸਭ ਸੰਗਤਾਂ ਦਾ ਸਹਿਯੋਗ ਲੈ ਕੇ ਆਪ ਜੀ ਵੱਲੋਂ ਦਿੱਤੀ ਸੇਧ, ਗੁਰੂ ਸਾਹਿਬ ਵੱਲੋਂ ਦਿੱਤੀ ਸੇਧ, ਬਸ਼ੀਰਵਾਦ ਸਦਕੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਬਣਾਈਏ ਔਰ ਦੇਸ਼ ਔਰ ਦੁਨੀਆ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਮਹਾਨ ਸ਼ਹਾਦਤ ਦਾ ਔਰ ਕਿਸ ਤਰੀਕੇ ਉਹਨਾਂ ਦੇ ਘਰ ਬਚੇ ਨੇ ਇਸ ਦਾ ਸੰਦੇਸ਼ ਔਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੀਏ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਹੈ ਨਹੀਂ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।